ਸ਼ਾਹੂ ਦੇ ਖਾਲੀ ਖੋਲੇ ਤੇ ਉਜੜੇ ਟਿਊਬਵੈੱਲ ਨੂੰ ਵੇਖ ਕੇ ਮੇਰੇ ਅੰਦਰ ਦੀ ਵੀਰਾਨੀ ਹੋਰ ਵੱਧ ਜਾਇਆ ਕਰਦੀ ਸੀ। ਸ਼ੈਦਾ ਮੇਰੇ ਨਾਲ ਮੁਲਾਕਾਤ ਦੇ ਬਹਾਨੇ ਲੱਭਦੀ ਰਹਿੰਦੀ ਸੀ, ਪਰ ਉਹਦਾ ਕੋਈ ਦਾਅ ਨਹੀਂ ਸੀ ਲੱਗ ਰਿਹਾ। ਭਲਾ ਉਹਦਾ ਦਾਅ ਲੱਗਦਾ ਵੀ ਕਿੰਜ? ਰਾਤ ਦਿਨ ਤੇ ਮੈਨੂੰ ਵੇਲ ਹੀ ਨਹੀਂ ਸੀ। ਜੇ ਕਦੀ ਵੇਲ ਹੋਈ ਤਾਂ ਘਰੋਂ ਬਾਹਰ ਨਿਕਲਦਾ ਹੀ ਨਹੀਂ ਸਾਂ। ਮੇਰੀ ਦਿਲਚਸਪੀ ਵਾਸਤੇ ਪੂਰੀ ਜੂਹ ਵਿੱਚ ਹੈ ਹੀ ਕੁਝ ਨਹੀਂ ਸੀ। ਕੋਈ ਦਿਲ ਦਾ ਮਹਿਰਮ ਨਹੀਂ ਸੀ। ਚਾਚਾ ਲੰਡੂ ਵੀ ਤੇ ਨਹੀਂ ਸੀ। ਹਾਂ, ਉਹਨੂੰ ਮਿਲਣ ਲਈ ਬਹੁਤ ਜੀਅ ਕਰਦਾ ਸੀ। ਸੁਣੀਂਦਾ ਸੀ ਕਿ ਉਸ ਹੋਸ਼ਾਂ ਨਾਲ ਸੁਲਾਹ ਕਰ ਲਈ ਹੋਈ ਏ ਤੇ ਹੁਣ ਉਹਦੇ ਉੱਤੇ ਕੋਈ ਗਿਲਾ ਨਹੀਂ ਕਰਦਾ। ਬੇਸ਼ੱਕ ਉਹ ਆਪਣੇ ਪਹਿਲੇ ਖੌਂਦ ਕੋਲ ਹੀ ਵਸ ਗਈ। ਹੈਰਾਨੀ ਦੀ ਗੱਲ ਸੀ। ਮੈਂ ਇਹ ਜਾਣਨ ਲਈ ਤੇ ਮਿਲਣਾ ਚਾਹੁੰਦਾ ਸਾਂ ਕਿ ਲੰਡੂ ਦਾ ਦਿਲ ਕਿਵੇਂ ਮੰਨ ਗਿਆ। ਕੁਝ ਚਿਰ ਮਗਰੋਂ ਸ਼ੈਦਾਂ ਦਾ ਦਾਅ ਲੱਗ ਹੀ ਗਿਆ। ਮਾਂ ਨੂੰ ਬੁਖਾਰ ਹੋਇਆ ਤੇ ਕੁਝ ਲੰਮਾ ਹੀ ਹੋ ਗਿਆ। ਮੇਰੀ ਵਹੁਟੀ ਨੂੰ ਬਾਹਰ ਦੇ ਕੰਮਾਂ ਲਈ ਜਾਣਾ ਪੈਂਦਾ ਸੀ ਤੇ ਸ਼ੈਦਾਂ ਮੇਰੀ ਮਾਂ ਨੂੰ ਮਾਸੀ ਆਖਦੀ ਹੋਈ ਮੁੱਠੀ ਚਾਪੀ ਕਰਨ ਬਹਿ ਜਾਇਆ ਕਰਦੀ ਸੀ। ਸ਼ੈਦਾਂ ਦੇ ਘਰ ਆ ਜਾਵਣ ਨਾਲ ਇੱਕ ਦਿਨ ਆਮਣਾ ਸਾਹਮਣਾ ਹੋ ਹੀ ਗਿਆ। ਮੈਨੂੰ ਸਾਹਮਣੇ ਵੇਖ ਕੇ ਬਿਨਾਂ ਕਿਸੇ ਝਾਕੇ ਜਾਂ ਸ਼ਰਮ ਦੇ ਬੋਲੀ, "ਅਸਾਂ ਵੀ ਤੇਰੇ ਪਿਆਰ ਦੇ ਭੁੱਖੇ ਆਂ।" ਉਸ ਇੰਨੀ ਬੇਸ਼ਰਮੀ ਤੇ ਨਖਰੇ ਨਾਲ ਆਖਿਆ ਕਿ ਮੈਨੂੰ ਕਰਾਹਤ ਹੋਈ ਉਹਦੇ ਕੋਲੋਂ ਤੇ ਮੂੰਹ ਵੱਟ ਕੇ ਲੰਘ ਗਿਆ। ਪਰ ਉਸ ਮੇਰੀ ਮਾਂ ਕੋਲ ਆਣਾ ਜਾਣਾ ਨਾ ਛੱਡਿਆ। ਇੰਝ ਹੀ ਬੇਮਕਸਦ ਵੇਲਾ ਲੰਘਦਾ ਰਿਹਾ। ਸਵੇਰ ਨੂੰ ਸ਼ਾਮ ਤੇ ਸ਼ਾਮ ਨੂੰ ਸਵੇਰ ਉਡੀਕਦੀ ਹੋਈ। ਇੱਕ ਦਿਨ ਖਬਰ ਮਿਲੀ ਕਿ ਮਾਮਾ ਅਨਾਇਤ ਮਰ ਗਿਆ ਏ। ਮਾਮਾ ਅਨਾਇਤ ਸਾਡੀ ਮਾਂ ਨਾਲ ਬਹੁਤ ਮੁਹੱਬਤ ਕਰਦਾ ਸੀ। ਦੋਵੇਂ ਭੈਣ ਭਰਾ ਵੀ ਸਨ, ਇੱਕੋ ਕੱਦ ਕਾਠ ਤੇ ਹਮਸ਼ਕਲ। ਸਾਡੀ ਮਾਂ ਦੀ ਵੱਡੀ ਭੈਣ ਪਹਿਲੇ ਹੀ ਮਰ ਗਈ ਹੋਈ ਸੀ। ਉਸ ਆਪਣੇ ਪਿੱਛੇ 2 ਧੀਆਂ ਤੇ ਇੱਕ ਪੁੱਤਰ ਰੋਂਦੇ ਛੱਡੇ ਸਨ। ਮਾਂ ਨੂੰ ਪਹਿਲੇ ਭੈਣ ਦੇ ਬਾਲਾਂ ਦਾ ਦੁੱਖ ਸੀ, ਉੱਤੋਂ ਭਰਾ ਦੇ ਬਾਲ ਯਤੀਮ ਹੋਏ। ਕਾਸਮ ਦੇ ਪਿਓ ਦੂਜੀ ਸ਼ਾਦੀ ਕਰ ਲਈ ਹੋਈ ਸੀ। ਕਾਸਮ ਆ ਕੇ ਮਤਰੇਈ ਮਾਂ ਦਾ ਸਲੂਕ ਮੇਰੀ ਮਾਂ ਨੂੰ ਸੁਣਾਵਦਾ ਤੇ ਬਹੁਤ ਦੁਖੀ ਹੋ ਜਾਇਆ ਕਰਦਾ ਸੀ। ਹੁਣ ਵੱਡੇ ਭਰਾ ਦੀ ਮੌਤ ਨੇ ਮਾਂ ਨੂੰ ਅਸਲੋਂ ਹੀ ਡੇਗ ਦਿੱਤਾ ਸੀ। ਅਸੀਂ ਸਾਰੇ ਜੀ ਮਾਮੇ ਦੇ ਸੋਗ ਲਈ ਗਏ। ਮਾਂ ਵੀ ਬਹੁਤ ਰੋਈ ਸੀ ਤੇ ਮੈਂ ਵੀ। ਜਦ ਨਾਨੀ ਮੈਨੂੰ ਕਲਾਵੇ ਵਿੱਚ ਲੈ ਕੇ ਰੋਂਦਿਆਂ ਆਖਿਆ, "ਵੇ ਗੋਗੀ, ਜਿਹੜੇ ਮਾਮੇ ਕੋਲੋਂ ਫਰਮਾਇਸ਼ਾਂ ਕਹਿ ਕੇ ਲੋੜ ਦੀਆਂ ਸ਼ੈਆਂ ਖੋਹ ਕੇ ਜਿੱਦ ਕਰਕੇ ਲੈ ਜਾਂਦਾ ਸੈਂ, ਉਹ ਤੇਰਾ ਮਾਮਾ ਸਾਨੂੰ ਛੱਡ ਗਿਆ ਈ।" ਮੇਰੇ ਤੇ ਖੌਰੇ ਅੰਦਰ ਦਾ ਕੋਈ ਫੋੜਾ ਫਿਸ ਗਿਆ ਸੀ, ਜਾਂ ਜਿਵੇਂ ਮੈਨੂੰ ਰੋਵਣ ਦਾ ਬਹਾਨਾ ਚਾਹੀਦਾ ਸੀ। ਮੈਂ ਭੁੱਬਾਂ ਮਾਰ ਕੇ ਰੋਇਆ ਸਾਂ। ਮੈਂ ਤੇ ਮੇਰੀ ਨਾਨੀ ਬਹੁਤ ਹੀ ਰੋਏ ਸਾਂ। ਸਾਨੂੰ ਗਸ਼ ਪੈਂਦੇ ਸਨ। ਮੇਰੇ ਦੂਜੇ ਮਾਮੇ ਮੇਰੇ ਤੇ ਮੇਰੀ ਨਾਨੀ ਦੇ ਮੂੰਹ ਵਿੱਚ ਪਾਣੀ ਪਾ ਕੇ ਹੋਸ਼ ਕਰਾਉਂਦੇ ਰਹੇ। ਮੇਰੀ ਗਸ਼ੀ ਦੇ ਦੌਰਿਆਂ ਕਾਰਨ ਮੇਰੀ ਮਾਂ ਦਾ ਰੋਣਾ ਘਟ ਗਿਆ ਸੀ। ਉਹਦੀ ਵਾਰ-ਵਾਰ ਨਜ਼ਰ ਮੇਰੇ ਵੱਲ ਹੀ ਰਹਿੰਦੀ ਸੀ। ਮਾਂ ਦੇ ਚਿਹਰੇ ਉੱਤੇ ਫਿਕਰ ਤੇ ਚਿੰਤਾ ਦੀ ਲਹਿਰ ਜਾਪਦੀ ਸੀ। ਮੇਰੀ ਮਾਂ ਉੱਥੇ ਬਹੁਤ ਦਿਨ ਰਹਿਣਾ ਸੀ, ਪਰ ਮੇਰੀ ਹਾਲਤ ਵੇਖ ਕੇ ਨਾਨੀ ਮੈਨੂੰ ਤੇ ਮੇਰੀ ਮਾਂ ਨੂੰ ਉਸੇ ਦਿਨ ਘਰ ਵਾਪਸ ਘੱਲ ਦਿੱਤਾ ਸੀ। ਬਾਕੀ ਦੇ ਸਾਰੇ ਜੀਅ ਵੀ ਆ ਗਏ। ਘਰ ਆ ਕੇ ਵੀ ਕਈ ਦਿਨ ਮੈਂ ਲੁਕ-ਲੁਕ ਰੋਂਦਾ ਰਿਹਾ ਸਾਂ, ਪਰ ਮੇਰੇ ਪਿਓ ਨੂੰ ਤੇ ਸਿਰਫ ਕੰਮ ਪਿਆਰਾ ਸੀ, ਉਹ ਵੀ ਕੋਈ ਦੂਜਾ ਕਰਕੇ ਦੇਵੇ। ਆਪ ਨਿਕੰਮਾ ਤੇ ਕੰਮ ਚੋਰ ਸੀ। ਕਦੇ ਹੱਡ ਭੰਨ ਕੇ ਕੰਮ ਨਾ ਕਰਨਾ ਤੇ ਗੱਲਾਂ ਬਹੁਤ। ਮਸੀਤ ਦੇ ਮਦਰਸੇ ਤੋਂ 2-4 ਕਿਤਾਬਾਂ ਪੜ੍ਹ ਗਿਆ ਸੀ ਤੇ ਪੂਰੇ ਖਾਨਦਾਨ ਵਿੱਚ ਦਾਨਾ ਬਣਿਆ ਹੋਇਆ ਸੀ। ਪਿਓ ਸਾਡਾ ਪੰਜਾਬੀ ਦੇ ਕਿੱਸੇ ਖੂਬ ਪੜ੍ਹ ਲੈਂਦਾ ਸੀ। ਉਰਦੂ ਵੀ ਮਾੜੀ ਮੋਟੀ ਆਉਂਦੀ ਸੀ। ਮਾੜਾ ਮੋਟਾ ਲਿਖ ਵੀ ਲੈਂਦਾ ਸੀ। ਪਤਾ ਨਹੀਂ ਕਿਉਂ ਮੈਨੂੰ ਆਪਣੇ ਪਿਓ ਨਾਲ ਕਦੀ ਅਣਸ ਨਹੀਂ ਸੀ ਹੋਈ ਤੇ ਨਾ ਕਦੀ ਕੋਈ ਭਰਵਾਂ ਇਤਬਾਰ ਸੀ। ਉਹੋ ਹੀ ਕੰਮ, ਮਿਹਨਤ ਤੇ ਮੁਸ਼ੱਕਤ, ਵਾਹੀ ਤੇ ਗੱਡ, ਨਤੀਜਾ ਫਾਕੇ ਹੀ ਫਾਕੇ। ਤਾਇਆ ਇਸ ਤੰਗੀ ਕੋਲੋਂ ਘਬਰਾ ਕੇ ਫਕੀਰਾਂ ਨਾਲ ਟੁਰ ਗਿਆ। ਅੱਗੇ ਨਾਲੋਂ ਬਹੁਤੀ ਭੰਗ ਪੀਣ ਲੱਗ ਪਿਆ ਸੀ। ਗਲ ਵਿੱਚ ਮਣਕੇ ਪਾਏ ਤੇ ਅਲੀ ਕਰਦਾ ਰਹਿੰਦਾ ਸੀ। ਕਦੀ ਘਰ ਆ ਜਾਂਦਾ ਸੀ ਤੇ ਕਦੀ ਚਲਾ ਜਾਂਦਾ ਸੀ। ਉਹਦਾ ਸੁਭਾਅ ਅੱਖੜ ਹੋ ਗਿਆ ਸੀ। ਗੱਡ ਵਾਹੁਣਾ ਕੋਈ ਸੌਖਾ ਕੰਮ ਤੇ ਨਹੀਂ ਸੀ। ਚਿੱਕੜ ਖੋਬੇ ਵਿੱਚੋਂ ਕੱਢ ਕੇ ਮਾਲ ਗੱਡ ਉੱਤੇ ਲੱਦਣਾ ਤੇ ਫਿਰ ਜੂੰ ਦੀ ਟੋਰ ਸ਼ਹਿਰ ਨੂੰ ਚੱਲਣਾ, ਜਦ ਕਿ ਲੋਕ ਹਵਾਈ ਜਹਾਜ਼ਾਂ ਉੱਤੇ ਫਿਰਦੇ ਸਨ। ਮੀਂਹ ਕਣੀ ਹੋਵੇ, ਸਰਦੀ ਗਰਮੀ ਹੋਵੇ, ਸਾਡਾ ਲਿਬਾਸ ਇੱਕੋ ਹੀ ਸੀ, ਕੁਰਤਾ ਤੇ ਤਹਿਮਦ। ਕੁਰਤੇ ਦੇ ਥੱਲੇ ਸਲੋਕਾ, ਹੋਰ ਬਸ, ਜਾਂ ਸਿਆਲ ਵਿੱਚ ਚਾਦਰ ਦੀ ਬੁੱਕਲ, ਉਹ ਵੀ ਆਮ ਚਾਦਰ, ਗਰਮ ਨਹੀਂ। ਜਰਸੀ ਸਵੈਟਰ ਤੇ ਅਸੀਂ ਕਦੇ ਵੇਖਿਆ ਹੀ ਨਹੀਂ ਸੀ। ਜਰਾਬਾਂ ਤੇ ਬਨੈਣ ਸਿਰਫ ਵਿਆਹ ਵੇਲੇ ਮੈਨੂੰ ਮਿਲੀਆਂ ਸਨ। ਵਿਆਹ ਦੇ ਮਗਰੋਂ ਜਾਂ ਪਹਿਲੇ ਇਹ ਚੀਜ਼ਾਂ ਤੇ ਅਸੀਂ ਸੁਪਨੇ ਵਿੱਚ ਵੀ ਨਹੀਂ ਸਾਂ ਵੇਖ ਸਕਦੇ। ਉਸ ਦਿਨ ਨਿੱਕੀ ਨਿੱਕੀ ਕਣੀ ਦਾ ਮੀਂਹ ਪੈ ਰਿਹਾ ਸੀ। ਕੱਤੇ ਦੇ ਦਿਨ ਸਨ। ਸਾਡੇ ਪਿਓ ਗੱਡ ਲੈ ਜਾਵਣ ਦਾ ਹੁਕਮ ਦਿੱਤਾ।
ਗੱਡ ਉੱਤੇ ਪਰਾਲੀ ਲੱਦਣੀ ਸੀ ਤੇ ਅੱਜ ਹੀ ਲਾਹੌਰ ਜਾਣਾ ਸੀ, ਕਿਉਂ ਜੋ ਹਰੀ ਪਰਾਲੀ ਬਹੁਤ ਦੇਰ ਤੀਕਰ ਠੀਕ ਹਾਲਤ ਵਿੱਚ ਨਹੀਂ ਰਹਿ ਸਕਦੀ। ਅਸਾਂ ਪਰਾਲੀ ਦੇ ਮੰਜਵੇ ਬੰਨ ਕੇ ਗੱਡ ਉੱਤੇ ਲੱਦਣੇ ਸ਼ੁਰੂ ਕੀਤੇ। ਮੁਹੰਮਦ ਹੁਸੈਨ ਮੰਜਵੇ ਚੁੱਕ ਕੇ ਗੱਡ ਉੱਤੇ ਸੁੱਟੀ ਜਾਂਦਾ ਸੀ। ਮੈਂ ਤਰਤੀਬ ਦੇ ਕੇ ਲੱਦੀ ਜਾਂਦਾ ਸਾਂ। ਹੱਥ ਪੈਰ ਬਾਹਾਂ ਲੱਤਾਂ ਪਰਾਲੀ ਦੇ ਮੁੱਢਾਂ ਨਾਲ ਵੱਜ ਕੇ ਪੱਛੇ ਗਏ ਸਨ। ਨਿੱਕੀਆਂ ਝਰੀਟਾਂ ਨਾਲ ਮਾੜਾ ਲਹੂ ਵੀ ਸਿਮ ਪਿਆ ਸੀ। ਅਕਸਰ ਸਾਡੇ ਹੱਥ ਪੈਰ ਤੇ ਬਾਹਾਂ ਲੱਤਾਂ ਪੱਛੇ ਹੀ ਰਹਿੰਦੇ ਸਨ। ਮੂੰਹ ਧੋਵਣ ਵੇਲੇ ਬੜੀ ਤਕਲੀਫ ਹੋਇਆ ਕਰਦੀ ਸੀ, ਪਰ ਇਹਨਾਂ ਤਕਲੀਫਾਂ ਦੇ ਅਸੀਂ ਆਦੀ ਹੋ ਗਏ ਸਾਂ। ਸਾਨੂੰ ਆਪਣੀ ਸਫਾਈ ਸੁਥਰਾਈ ਦਾ ਖਿਆਲ ਤਾਂ ਆਉਂਦਾ ਸੀ, ਪਰ ਵੇਲਾ ਹੀ ਨਹੀਂ ਸੀ ਮਿਲਦਾ ਕਿ ਅਸੀਂ ਸਾਫ਼ ਸੁਥਰੇ ਹੋ ਕੇ ਵੇਖੀਏ ਤੇ ਸਹੀ। ਮਸਾਂ ਮਰ ਕੇ ਢੀਗਰ ਤੀਕਰ ਗੱਡ ਲੱਦ ਕੇ ਅਸਾਂ ਵਿਹਲੇ ਹੋਏ। ਅਜੇ ਰੋਟੀ ਦੀ ਬੁਰਕੀਆਂ ਸਾਡੇ ਮੂੰਹ ਵਿੱਚ ਹੀ ਸੀ ਕਿ ਪਿਓ ਦਾ ਹੁਕਮ ਹੋਇਆ, ਚਲੋ ਇਹਨੂੰ ਲਾਹੌਰ ਲੈ ਜਾਓ। ਪਰਾਲੀ ਹਰੀ ਸੀ, ਉੱਤੋਂ ਅੱਜ ਦਾ ਸਾਰਾ ਦਿਨ ਨਿੱਕੀ ਕਣੀ ਦਾ ਮੀਂਹ ਸੀ। ਗੱਡ ਉੱਤੇ ਵਜਨ ਵਾਹਵਾ ਹੋ ਗਿਆ ਸੀ। ਅਸੀਂ ਗੱਡ ਜੋ ਟੁਰ ਪਏ ਤੇ ਸ਼ਾਮ ਤੀਕਰ ਪੱਕੀ ਸੜਕ ਉੱਤੇ ਚੜ੍ਹ ਗਏ। 5-6 ਮੀਲ ਹੀ ਆਏ ਸਾਂ ਕਿ ਰਾਤ ਨੂੰ ਝਾਂਜਾ ਲੈ ਪਿਆ। ਸਭ ਕੁਝ ਭਿੱਜ ਗਿਆ। ਸਾਡੇ ਕੱਪੜੇ ਗੜੁੱਚ ਹੋ ਗਏ। ਦੰਦ ਨਾਲ ਦੰਦ ਵੱਜਣ ਲੱਗ ਪਏ। ਗੱਡ ਅੱਗੇ ਜੁੱਤੇ ਡੰਗਰ ਵੀ ਤਿਲਕ ਪੈਂਦੇ ਸਨ, ਥਬਕ ਜਾਂਦੇ ਸਨ। ਲਾਲਟੈਨ ਦਾ ਸ਼ੀਸ਼ਾ ਟੁੱਟ ਗਿਆ, ਉਹ ਬੁਝ ਗਈ। ਪਰ ਅਸੀਂ ਪਿਓ ਦੇ ਖੌਫ ਤੋਂ ਪਿੱਛੋਂ ਨਹੀਂ ਸਾਂ ਪਰਤ ਸਕਦੇ। ਜੇ ਪਰਤ ਵੀ ਆਉਂਦੇ ਤਾਂ ਗੱਡ ਉੱਤੇ ਲੱਦੀ ਗਿੱਲੀ ਪਰਾਲੀ ਸਹੀ ਸਲਾਮਤ ਨਹੀਂ ਸੀ ਰਹਿ ਸਕਦੀ। ਉਸ ਗਲ ਸੜ ਜਾਣਾ ਸੀ ਤੇ ਕਿਸੇ ਕੰਮ ਦੀ ਨਹੀਂ ਸੀ ਰਹਿਣੀ। ਇਸੇ ਲਈ ਸਾਨੂੰ ਅੱਗੇ ਜਾਣਾ ਪੈ ਰਿਹਾ ਸੀ। ਆੜਤ ਉੱਤੇ ਸਹੀ ਸਲਾਮਤ ਅੱਪੜ ਜਾਣਾ ਇੱਕ ਅਜੂਬਾ ਹੀ ਲੱਗਦਾ ਸੀ। ਉਸ ਰਾਤ ਬਹੁਤ ਘੱਟ ਲੋਕ ਆਪਣਾ ਮਾਲ ਲੈ ਕੇ ਅੱਪੜੇ ਸਨ। ਅਗਲੇ ਦਿਨ ਵੀ ਮਾੜਾ ਮੀਂਹ ਪੈ ਰਿਹਾ ਸੀ। ਰਾਤ ਵੀ ਕਣੀਆਂ ਪੈਂਦੀਆਂ ਹੀ ਰਹੀਆਂ ਸਨ। ਹਰ ਪਾਸੇ ਚਿੱਕੜ ਤੇ ਪਾਣੀ। ਉਸ ਰਾਤ ਅਸੀਂ ਸੌ ਨਹੀਂ ਸਾਂ ਸਕੇ। ਸਰਗੀ ਵੇਲੇ ਗਾਹਕ ਚਿੰਬੜੇ। ਇੱਕ ਗਾਹਕ ਨਾਲ ਸੌਦਾ ਤੈਅ ਹੋ ਗਿਆ। ਅਸੀਂ ਗੱਡ ਜੋ ਕੇ ਉਹਦੇ ਅੱਡੇ ਉੱਤੇ ਅੱਪੜ ਗਏ। ਪਰ ਜਦ ਗੱਡ ਉੱਤੋਂ ਪਰਾਲੀ ਉਤਾਰੀ ਤਾਂ ਗਾਹਕ ਰੌਲਾ ਪਾ ਦਿੱਤਾ, ਇਹ ਤੇ ਬਹੁਤ ਗਿੱਲੀ ਏ, ਇਹਦੇ ਵਿੱਚੋਂ ਤੇ ਸੇਕ ਪਿਆ ਨਿਕਲਦਾ ਏ, ਵਾਪਸ ਲੱਦ ਲਵੋ। ਮੈਂ ਨਹੀਂ ਲੈਂਦਾ। ਲੈ ਭਲਾ ਵਾਪਸ ਕਿਵੇਂ ਜਾ ਸਕਦੀ ਏ? ਅਸਾਂ ਬਹੁਤ ਆਖਿਆ, ਭਈ ਤੈਨੂੰ ਨਹੀਂ ਮਾਲੂਮ ਕੱਲ੍ਹ ਤੋਂ ਬਾਰਿਸ਼ ਹੋ ਰਹੀ ਏ। ਪਰ ਉਹਦੀ ਤੇ ਇੱਕੋ ਜਿੱਦ ਸੀ ਕਿ ਵਾਪਸ ਲੈ ਜਾਓ। ਦਲਾਲ ਨੂੰ ਬੁਲਾਇਆ ਗਿਆ। ਦਲਾਲ ਵੀ ਗਾਹਕ ਦੀ ਹਮਾਇਤ ਕੀਤੀ ਤੇ ਸਾਡੇ ਮਾਲ ਦੀ ਹੋਰ ਕੀਮਤ ਘਟਾ ਦਿੱਤੀ। ਗੁੱਸਾ ਤੇ ਬਹੁਤ ਆਇਆ, ਪਰ ਕੀ ਕਰਦੇ? ਇੱਥੇ ਪੁੱਛਦਾ ਕੌਣ ਕਮਜ਼ੋਰਿਆਂ ਨੂੰ? ਜ਼ੋਰਾਵਰਾਂ ਦੇ ਨਾਲ ਇਨਸਾਫ ਹੁੰਦਾ। ਅਗਲੀ ਰਾਤ ਘਰ ਪਰਤੇ ਤਾਂ ਮੈਨੂੰ ਮੱਠਾ ਤਾਪ ਸੀ। ਮੈਨੂੰ ਧੁੱਪੇ ਪਏ ਨੂੰ ਵੀ ਕੰਬ ਛਿੜਿਆ। ਉੱਤੋਂ ਪਿਓ ਆਨੇ ਦਾ ਹਿਸਾਬ ਕਰਨ ਬਹਿ ਗਿਆ। ਉਹਦੇ ਖਿਆਲ ਵਿੱਚ ਅਸੀਂ ਪਰਾਲੀ ਸਸਤੀ ਦੇ ਆਏ ਸਾਂ ਜਾਂ ਰਕਮ ਦੇ ਵਿੱਚ ਬੇਈਮਾਨੀ ਪਏ ਕਰਦੇ ਸਾਂ। ਮੁਹੰਮਦ ਹੁਸੈਨ ਨੂੰ ਇਸ ਲਈ ਪੁੱਛ ਨਹੀਂ ਸੀ ਸਕਦਾ ਕਿ ਉਹ ਤੇ ਹਿਸਾਬ ਕਿਤਾਬ ਰੱਖਦਾ ਹੀ ਨਹੀਂ ਸੀ, ਸਗੋਂ ਕੋਈ ਦਿਲਚਸਪੀ ਲੈਂਦਾ ਹੀ ਨਹੀਂ ਸੀ। ਇਹ ਸਾਰੀ ਜ਼ਿੰਮੇਵਾਰੀ ਮੇਰੀ ਸੀ ਤੇ ਪਿਓ ਮੇਰੇ ਕੋਲੋਂ ਹੀ ਹਿਸਾਬ ਲੈ ਰਿਹਾ ਸੀ। ਪਿਓ ਦੀ ਬੇਇਤਬਾਰੀ ਉੱਤੇ ਮੈਨੂੰ ਬਹੁਤ ਗੁੱਸਾ ਆਇਆ ਕਿ ਅਸੀਂ ਕਿੰਜ ਮਰ ਕੇ ਫੇਰਾ ਲਾ ਕੇ ਆਏ ਆਂ ਤੇ ਬਜਾਏ ਸ਼ਾਬਾਸ਼ ਜਾਂ ਹਮਦਰਦੀ ਦੇ 2 ਬੋਲ ਬੋਲਣ ਦੇ ਉਲਟਾ ਸ਼ੱਕ ਪਿਆ ਕਰਦਾ ਏ। ਲਾਹਨਤ ਏ ਸਾਡੇ ਇਸ ਜੀਵਨ ਉੱਤੇ। ਮੈਂ ਗੁੱਸੇ ਨਾਲ ਰੁੱਸ ਕੇ ਇੱਕ ਵਾਰੀ ਫੇਰ ਨਾਨਕੇ ਅੱਪੜ ਗਿਆ। ਮੈਨੂੰ ਬੁਖਾਰ ਨਾਲ ਕਲਪਦਿਆਂ ਵੇਖ ਕੇ ਨਾਨੀ ਵਿਚਾਰੀ ਕੁਝ ਦਵਾ ਦਾਰੂ ਕੀਤਾ। ਮੁਰੀਦ ਕੇ ਮੰਡੀ ਡਾਕਟਰ ਕੋਲ ਲੈ ਕੇ ਗਏ। ਮੈਨੂੰ ਨਮੂਨੀਆ ਹੋ ਗਿਆ ਸੀ। ਕਈ ਦਿਨ ਨਾਨੀ ਦੇ ਕੋਲ ਬੁਖਾਰ ਨਾਲ ਰਿਹਾ। ਜਦ ਤਬੀਅਤ ਸੰਭਲ ਗਈ ਤਾਂ ਨਾਨੀ ਦੇ ਮੂੰਹ ਉੱਤੇ ਰੌਣਕ ਆਈ। ਪਰ ਹੁਣ ਮੈਂ ਨਾਨੀ ਦੀ ਗੋਦ ਵਿੱਚ ਸਿਰ ਰੱਖ ਕੇ ਨਹੀਂ ਸਾਂ ਸੌਂ ਸਕਦਾ। ਕਿਸੇ ਮਾਮੇ ਦੇ ਮੋਢੇ ਬਹਿ ਕੇ ਘੋੜੇ ਵਾਂਗ ਕੰਨ ਫੜ ਕੇ ਲੱਤਾਂ ਮਾਰ ਕੇ ਨਹੀਂ ਸਾਂ ਹਿੱਕ ਸਕਦਾ। ਵੱਡਾ ਹੋ ਗਿਆ ਸਾਂ, ਸ਼ਰਾਰਤਾਂ ਨਹੀਂ ਸਾਂ ਕਰ ਸਕਦਾ, ਸਗੋਂ ਜ਼ੁਬਾਨ ਨੂੰ ਸੰਭਾਲ ਕੇ ਬੋਲਣਾ ਪੈਂਦਾ ਸੀ। ਉਹ ਵੇਲਾ ਗਿਆ ਜਦ ਸਾਰੇ ਮੇਰਾ ਇਹਤਰਾਮ ਕਰਦੇ ਸਨ ਤੇ ਮੈਂ ਕਿਸੇ ਦਾ ਲਿਹਾਜ਼ ਨਹੀਂ ਸੀ ਰੱਖਦਾ। ਹੁਣ ਤੇ ਹਰ ਇੱਕ ਦਾ ਇਹਤਰਾਮ ਮੈਨੂੰ ਕਰਨਾ ਪੈਂਦਾ ਸੀ। ਇੱਕ ਵਾਰੀ ਫੇਰ ਮੇਰਾ ਦਿਲ ਕੀਤਾ ਕਿ ਨਿੱਕਾ ਬਣ ਜਾਵਾਂ, ਪਰ ਨਹੀਂ ਸਾਂ ਬਣ ਸਕਦਾ। ਵੱਡੇ ਮਾਮੇ ਦਾ ਪੁੱਤਰ ਮੇਰਾ ਹਮਨਾਮ ਮੈਨੂੰ ਆਪਣੇ ਨਾਲ ਕੋਹਿਨੂਰ ਆਇਲ ਮਿਲਜ਼ ਲੈ ਗਿਆ। ਉਸ ਮੈਨੂੰ ਆਪਣੇ ਨਾਲ ਮਜ਼ਦੂਰ ਭਰਤੀ ਕਰਾ ਦਿੱਤਾ। ਪਤਾ ਨਹੀਂ ਉਹ ਕਦੋਂ ਤੋਂ ਮੇਰੇ ਲਈ ਕੋਸ਼ਿਸ਼ ਕਰ ਰਿਹਾ ਸੀ। ਮਸ਼ੀਨ ਦੇ ਲਾਗੇ ਖਲ ਚੁੱਕ ਕੇ ਬਾਹਰ ਲੈ ਜਾਵਣੀ ਸੀ। ਰੇਹੜੀ ਤੱਕਣਾ ਕੋਈ ਮੁਸ਼ਕਲ ਕੰਮ ਨਹੀਂ ਸੀ ਜਾਪਦਾ। ਵਾਹੀ ਤੇ ਗੱਡ ਨਾਲੋਂ ਮੇਰੇ ਲਈ ਆਸਾਨ ਸੀ, ਪਰ ਵਕਤ ਦਾ ਖਿਆਲ ਰੱਖਣਾ ਬਹੁਤ ਔਖਾ ਜਾਪਦਾ ਸੀ, ਜਾਂ ਮਸ਼ੀਨ ਦੇ ਨਾਲ ਵਗਣਾ ਵੀ ਤੇ ਮੇਰੇ ਲਈ ਖਿੱਚ ਚਾੜਨ ਵਾਲਾ ਕੰਮ ਸੀ।
ਫਿਰ ਵੀ ਮੈਂ ਸੌਖ ਹੀ ਮਹਿਸੂਸ ਕਰ ਰਿਹਾ ਸਾਂ। ਜਰਰੇ ਜਰਰੇ ਆ ਕੇ ਮਾਮੇ ਦਾ ਪੁੱਤਰ ਪੁੱਛਦਾ, ਕੋਈ ਤਕਲੀਫ ਤੇ ਨਹੀਂ? ਭਲਾ ਮੈਨੂੰ ਕੀ ਤਕਲੀਫ ਹੋਣੀ ਸੀ? ਕੋਈ ਤਕਲੀਫ ਨਹੀਂ। ਮੇਰੇ ਆਖਣ ਉੱਤੇ ਉਹ ਮੁਸਕਰਾ ਕੇ ਚਲਾ ਜਾਂਦਾ ਤੇ ਜਾਂਦਾ ਹੋਇਆ ਮੇਰੇ ਨਾਲ ਦੇ ਮਜ਼ਦੂਰਾਂ ਨੂੰ ਕਹਿ ਜਾਂਦਾ, ਖਿਆਲ ਕਰਿਆ ਜੇ, ਮੇਰੀ ਫੁੱਫੀ ਦਾ ਪੁੱਤਰ ਏ ਤੇ ਇੱਥੇ ਪ੍ਰਾਹੁਣਾ ਆਇਆ ਹੋਇਆ ਏ। ਮੇਰੇ ਨਾਲ ਦੇ ਮਜ਼ਦੂਰ ਉਹਨੂੰ ਤਸੱਲੀ ਦੇ ਕੇ ਆਖਦੇ, ਫਿਕਰ ਵਾਲੀ ਕੋਈ ਗੱਲ ਨਹੀਂ ਕਾਮਰੇਡ, ਇਹ ਵੀ ਸਾਡਾ ਸਾਥੀ ਏ। ਕਾਮਰੇਡ ਲਫ਼ਜ਼ ਮੈਂ ਪਹਿਲੀ ਵਾਰ ਸੁਣਿਆ ਸੀ, ਪਤਾ ਨਹੀਂ ਕੀ ਮਤਲਬ ਸੀ। ਮੈਂ ਜਾਣਨ ਲਈ ਕੋਸ਼ਿਸ਼ ਕੀਤੀ ਤੇ ਸਹੀ, ਪਰ ਠੀਕ ਸਮਝ ਨਾ ਸਕਿਆ। ਮੇਰਾ ਪਹਿਲਾ ਦਿਨ ਸੀ, ਮੈਂ ਜ਼ਿਆਦਾ ਪੁੱਛ ਦੱਸ ਵੀ ਨਾ ਕੀਤੀ। ਫੇਰ ਸਹੀ 4:30 ਵਜੇ ਛੁੱਟੀ ਹੋਈ ਤਾਂ ਮਾਮੇ ਦੇ ਪੁੱਤਰ ਆਖਿਆ, ਮੁਬਾਰਕ ਹੋਵੇ, ਤੇਰਾ ਸਤਾਰਾ ਬੁਲੰਦ ਏ, ਤੈਨੂੰ ਪਹਿਲੇ ਹੀ ਦਿਨ ਪੱਕਾ ਕੰਮ ਮਿਲ ਗਿਆ ਏ। ਕੰਮ ਵੀ ਕੱਚਾ ਤੇ ਪੱਕਾ ਹੁੰਦਾ ਏ? ਮੈਂ ਹੈਰਾਨੀ ਨਾਲ ਆਖਿਆ, ਕੰਮ ਤੇ ਕੰਮ ਹੀ ਹੁੰਦਾ ਏ। ਉਸ ਦੱਸਿਆ, ਪੱਕੇ ਕੰਮ ਤੋਂ ਮਤਲਬ ਏ ਪੱਕੀ ਨੌਕਰੀ। ਇੱਥੇ ਪੱਕੀ ਨੌਕਰੀ ਲਈ ਅਫਸਰਾਂ ਦੀਆਂ ਬੜੀਆਂ ਮਿਹਨਤਾਂ ਖੁਸ਼ਾਮਦਾਂ ਕਰਨੀਆਂ ਪੈਂਦੀਆਂ ਨੇ, ਪਰ ਤੈਨੂੰ ਤਾਂ ਕੁਝ ਵੀ ਨਹੀਂ ਕਰਨਾ ਪਿਆ। ਦੂਜੇ ਦਿਨ ਕੰਮ ਤੇ ਖਲੋਤਾ ਹੀ ਸਾਂ ਕਿ ਮੁਹੰਮਦ ਹੁਸੈਨ ਆ ਗਿਆ। ਆਖਣ ਲੱਗਾ, ਇੰਜ ਨੱਸਣ ਨਾਲ ਜੀਵਨ ਦੀ ਤਲਖੀ ਤੇ ਨਹੀਂ ਮੁੱਕਦੀ। ਕੀ ਮੈਂ ਨੱਸਿਆ ਵਾਂ? ਮੈਂ ਖਿਝ ਕੇ ਆਖਿਆ, ਨਹੀਂ, ਮੈਂ ਨੱਸਿਆ ਨਹੀਂ, ਮੈਂ ਰੁੱਸਿਆ ਵਾਂ। ਕੀ ਮੈਂ ਰੁੱਸਾਂ ਵੀ ਨਾ? ਵਾਹੀ ਬੰਨੇ ਉੱਤੇ ਜ਼ਿਮੀਂਦਾਰ ਦਬਾ ਦਿੰਦਾ ਏ, ਆੜਤ ਉੱਤੇ ਕਮੀਨਾ ਆੜਤੀ ਬੇਇੱਜ਼ਤ ਕਰ ਦਿੰਦਾ ਏ, ਘਰ ਵਿੱਚ ਪਿਓ ਐਤਬਾਰ ਨਹੀਂ ਕਰਦਾ। ਮੁਹੰਮਦ ਹੁਸੈਨ ਬੜੇ ਸਹਿਜ ਨਾਲ ਆਖਿਆ, ਸਭ ਠੀਕ ਏ, ਜੋ ਤੂੰ ਕਹਿਣਾ ਏ ਸੱਚ ਏ, ਪਰ ਘਰ ਛੱਡਣ ਨਾਲ ਪੰਧ ਤੇ ਨਹੀਂ ਮੁੱਕਦਾ ਭਰਾ। ਹੋਰ ਵੀ ਬਹੁਤ ਗੱਲਾਂ ਹੋਈਆਂ। ਮੈਂ ਜਾਣਾ ਤੇ ਨਹੀਂ ਸਾਂ ਚਾਹੁੰਦਾ, ਪਰ ਭਰਾ ਨੂੰ ਖਾਲੀ ਵੀ ਨਹੀਂ ਸਾਂ ਮੋੜਨਾ ਚਾਹੁੰਦਾ, ਇਸੇ ਲਈ ਘਰ ਪਰਤ ਆਇਆ। ਮੈਨੂੰ ਆਮਦੇ ਨੂੰ ਵੇਖ ਕੇ ਮੇਰੀ ਵਹੁਟੀ ਮੁਸਕਰਾਈ, ਪਰ ਮੇਰੀ ਮਾਂ ਉਹਨੂੰ ਇਸ਼ਾਰੇ ਨਾਲ ਪਾਸੇ ਕਰ ਦਿੱਤਾ। ਮਾਂ ਮੈਨੂੰ ਆਪਣੇ ਪੇਕਿਆਂ ਦਾ ਹਾਲ ਚਾਲ ਪੁੱਛਿਆ, ਆਪਣੀ ਮਾਂ ਦੀ ਖੈਰ ਖੈਰੀਅਤ ਪੁੱਛੀ। ਮੇਰੀ ਵਹੁਟੀ ਰੋਟੀ ਲੈ ਆਈ, ਗੰਢੇ ਦੀ ਚਟਣੀ ਨਾਲ ਗੁੜ। ਹੁਣ ਮੈਂ ਸਭ ਕੁਝ ਖਾ ਲੈਂਦਾ ਸਾਂ, ਕਿਸੇ ਸ਼ੈ ਲਈ ਜਿੱਦ ਨਹੀਂ ਸਾਂ ਕਰਦਾ, ਪਰ ਲੱਸੀ ਅਜੇ ਵੀ ਨਹੀਂ ਸਾਂ ਪੀਂਦਾ। ਘਰ ਆ ਕੇ ਉਹੀ ਸੇਲੀ ਡੰਡਾ, ਵਾਹੀ ਬੀਜੀ ਤੇ ਗੱਡ, ਪਿਓ ਦੀਆਂ ਝੜਕਾਂ ਤੇ ਫਾਕੇ, ਜ਼ਿਮੀਂਦਾਰ ਦਾ ਦਬਾਅ ਤੇ ਆੜਤੀ ਦੀ ਬੇਈਮਾਨੀ, ਸੁੰਜੀਆਂ ਰਾਤਾਂ, ਬੇਸਵਾਦੇ ਦਿਨ। ਪੂਰੇ ਜੀਵਨ ਵਿੱਚ ਸਿਵਾਏ ਇੱਕ ਨੀਂਦਰ ਦੇ ਹੋਰ ਸਾਡਾ ਕੁਝ ਵੀ ਆਪਣਾ ਨਹੀਂ ਸੀ। ਪਰ ਹੁਣ ਨੀਂਦਰ ਵੀ ਆਪਣੀ ਨਹੀਂ ਸੀ ਰਹੀ। ਸਰਗੀ ਵੇਲੇ ਤੋਂ ਵੀ ਪਹਿਲੇ ਉੱਠ ਕੇ ਹਲ ਜੋਣੇ ਪੈਂਦੇ ਸਨ ਤੇ ਦਿਨ ਨੂੰ ਗੱਡ ਜੋਣੀ ਪੈਂਦੀ ਸੀ। ਰਾਤ ਨੂੰ ਸ਼ਹਿਰ ਵੱਲ ਮੂੰਹ ਕਰਨਾ ਪੈਂਦਾ ਸੀ। ਰਾਹ ਵਿੱਚ ਪੁਲਿਸ ਦੀਆਂ ਗਾਲਾਂ ਖਾਣੀਆਂ ਪੈਂਦੀਆਂ ਸਨ, ਰਿਸ਼ਵਤ ਦੇਣੀ ਪੈਂਦੀ ਸੀ ਜਾਂ ਮਾਰ ਖਾਣੀ ਪੈਂਦੀ ਸੀ। ਕਦੀ ਕਦੀ ਤਾਂ ਮੈਂ ਇਹ ਵੀ ਸੋਚਣ ਲੱਗ ਪਿਆ ਸਾਂ ਕਿ ਇੰਨਾ ਔਖਾ ਹੋ ਕੇ ਜੀਵਨ ਦੀ ਲੋੜ ਹੀ ਕੀ ਏ। ਫੇਰ ਪਤਾ ਨਹੀਂ ਕਿਸ ਜਜ਼ਬੇ ਪਾਰੋਂ ਮੈਂ ਜਿਉਂਦਾ ਆ ਰਿਹਾ ਵਾਂ। ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ।